हेलो स्टूडेंट्स, आई एम हनीश बंसल, आई एम योर अकाउंट्स ਲੈਕਚਰਰ। ਤਾਂ ਸਟੂਡੈਂਟਸ ਅੱਜ ਆਪਾਂ ਸਟਾਰਟ ਕਰਾਂਗੇ ਅਕਾਊਂਟਸ ਦਾ ਪਹਿਲਾ ਚੈਪਟਰ ਹੈ ਜਿਹਦਾ ਨਾਮ ਹੈ ਇੰਟਰੋਡਕਸ਼ਨ ਟੂ ਅਕਾਊਂਟਿੰਗ। ਮੇਰਾ ਨਾਮ ਹੈ ਹਨੀਸ਼ ਬੰਸਲ ਅਤੇ ਮੈਂ ਤੁਹਾਡਾ ਅਕਾਊਂਟਸ ਦਾ ਲੈਕਚਰਰ ਹਾਂ। ਅਤੇ ਅੱਜ ਆਪਾਂ ਇੰਟਰੋਡਕਸ਼ਨ ਆਫ ਅਕਾਊਂਟਿੰਗ ਚਾਲੂ ਕਰਾਂਗੇ। ਤਾਂ ਦੇਖੋ ਸਟੂਡੈਂਟਸ, ਅਤੇ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦੇਖੋ ਤੁਹਾਨੂੰ ਮੀਨਿੰਗ ਲਿਖਿਆ ਹੋਊਗਾ ਇੰਟਰੋਡਕਸ਼ਨ ਟੂ ਅਕਾਊਂਟਿੰਗ। ਦੇਖੋ ਸਟੂਡੈਂਟਸ, ਆਪਾਂ ਸਟੈਪ ਬਾਏ ਸਟੈਪ ਕਰਾਂਗੇ। ਅਤੇ ਰਹੀ ਗੱਲ ਤੁਸੀਂ ਕੀ ਕਰਨਾ ਹੈ, ਆਪਣੇ ਵੀਡੀਓਜ਼ ਨੂੰ ਪੌਜ਼ ਕਰਨਾ ਅਤੇ ਆਪਣਾ ਸਟੈਪ ਬਾਏ ਸਟੈਪ ਜੋ ਵੀ ਮੈਂ ਲਿਖਿਆ ਹੋਇਆ ਇਹਨੂੰ ਆਪਣੀ ਕਾਪੀ 'ਤੇ ਨੋਟ ਡਾਊਨ ਕਰਨਾ ਅਤੇ ਜੋ ਮੈਂ ਸਮਝਾ ਰਿਹਾ ਉਹਨੂੰ ਸੁਣਨਾ ਧਿਆਨ ਨਾਲ। ਪਹਿਲਾਂ ਵੀਡੀਓ ਨੂੰ ਪੌਜ਼ ਕਰੋ, ਫਿਰ ਉਸ ਤੋਂ ਬਾਅਦ ਚਾਹੇ ਉਹਨੂੰ ਉਤਾਰ ਲਓ, ਚਾਹੇ ਬਾਅਦ ਦੇ ਵਿੱਚ ਉਤਾਰ ਲਿਓ। ਉਹ ਤੁਹਾਡੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਹੋ। ਦੇਖੋ ਸਟੂਡੈਂਟਸ, ਇੰਟਰੋਡਕਸ਼ਨ ਟੂ ਅਕਾਊਂਟਿੰਗ। ਦੇਖੋ ਅਕਾਊਂਟਿੰਗ ਦਾ ਇੰਟਰੋਡਕਸ਼ਨ ਕੀ ਹੈ, ਪਰ ਇੱਕ ਗੱਲ ਹੋਰ ਸੁਣ ਲਓ ਸਟੂਡੈਂਟਸ ਕਿ ਜੇਕਰ ਤੁਸੀਂ ਆਹ ਲੈਕਚਰ ਲਗਾ ਲਿਆ ਇੰਟਰੋਡਕਸ਼ਨ ਆਫ ਅਕਾਊਂਟਿੰਗ, ਤੁਹਾਨੂੰ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਕੁਛ ਵੀ ਕਰਨ ਦੀ ਲੋੜ ਨਹੀਂ ਪੈਣੀ, ਤੁਹਾਨੂੰ ਸਾਰਾ ਕੁਛ ਇਸੇ ਦੇ ਵਿੱਚ ਹੀ ਅਵੇਲੇਬਲ ਹੋ ਜਾਏਗਾ। ਠੀਕ ਹੈ, ਤਾਂ ਸਟੂਡੈਂਟ ਸਟਾਰਟ ਕਰਦੇ ਆ ਇੰਟਰੋਡਕਸ਼ਨ ਆਫ ਅਕਾਊਂਟਿੰਗ। ਤਾਂ ਪਹਿਲੀ ਗੱਲ ਹੈ, ਅਕਾਊਂਟਿੰਗ ਦਾ ਮੀਨਿੰਗ ਕੀ ਹੁੰਦਾ ਹੈ। ਕਹਿੰਦੇ ਅਕਾਊਂਟਿੰਗ ਇਜ਼ ਅ ਸਿਸਟਮੈਟਿਕ ਪ੍ਰੋਸੈਸ। ਦੇਖੋ ਅਕਾਊਂਟਿੰਗ ਕੀ ਹੈ, ਇੱਕ ਸਿਸਟਮੈਟਿਕ ਪ੍ਰੋਸੈਸ ਹੈ। ਸਿਸਟਮੈਟਿਕ ਪ੍ਰੋਸੈਸ ਹੈ ਅਤੇ ਆਇਡੈਂਟੀਫਾਈ ਕਰਦਾ, ਮੇਅਰਿੰਗ ਕਰਦਾ ਅਤੇ ਰਿਕਾਰਡ ਕਰਦਾ, ਕਲਾਸੀਫਾਈਂਗ ਕਰਦਾ, ਸਮਰਾਈਜ਼ਿੰਗ ਕਰਦਾ, ਇੰਟਰਪ੍ਰੇਟਿੰਗ ਐਂਡ ਕਮਿਊਨੀਕੇਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ। ਤੁਸੀਂ ਇਹਦੇ ਵਿੱਚ ਦੇਖੋ ਕਿਹੜੇ ਕਿਹੜੇ ਨਵੇਂ ਵਰਡ ਦੇਖੇ। ਪਹਿਲਾਂ ਦੇਖਿਆ ਇਹ ਡੈਫੀਨੇਸ਼ਨ ਨੂੰ ਪੂਰਾ ਕਰਨ ਲਈ ਆਪਾਂ ਬਹੁਤ ਹੀ ਡਿਟੇਲ ਦੇ ਵਿੱਚ ਜਾ ਕੇ ਇਹਨੂੰ ਸਮਝਾਂਗੇ। ਕਹਿੰਦੇ ਇਹਨਾਂ ਦੀ ਡੈਫੀਨੇਸ਼ਨ ਕਿਸ ਚੀਜ਼ 'ਤੇ ਬਣੀ ਹੈ। ਕਹਿੰਦੇ ਇੱਕ ਸਿਸਟਮੈਟਿਕ ਪ੍ਰੋਸੈਸ ਹੈ। ਕਿਸ ਚੀਜ਼ ਦਾ ਸਿਸਟਮੈਟਿਕ ਪ੍ਰੋਸੈਸ ਹੈ, ਇਹ ਆਇਡੈਂਟੀਫਾਈ ਕਰਦਾ, ਇਹਨੂੰ ਵੀ ਆਪਾਂ ਡਿਟੇਲ 'ਚ ਪੜ੍ਹਾਂਗੇ। ਮੇਅਰਿੰਗ ਕਰਦਾ, ਰਿਕਾਰਡਿੰਗ ਕਰਦਾ, ਕਲਾਸੀਫਾਈਂਗ, ਸਮਰਾਈਜ਼ਿੰਗ, ਇੰਟਰਪ੍ਰੇਟਿੰਗ ਐਂਡ ਕਮਿਊਨੀਕੇਟਿੰਗ ਦਾ ਫਾਈਨੈਂਸ਼ੀਅਲ ਇਨਫੋਰਮੇਸ਼ਨ। ਜਦੋਂ ਆਪਾਂ ਨੂੰ ਆਇਡੈਂਟੀਫਾਈ ਤੋਂ ਲੈ ਕੇ ਕਮਿਊਨੀਕੇਸ਼ਨ ਫਾਈਨੈਂਸ਼ੀਅਲ ਇਨਫੋਰਮੇਸ਼ਨ ਤੱਕ ਦੀ ਪ੍ਰੋਪਰ ਡੈਫੀਨੇਸ਼ਨ, ਪ੍ਰੋਪਰ ਮੀਨਿੰਗ ਸਮਝ ਆ ਜਾਵੇ ਤਾਂ ਆਪਣੀ ਅਕਾਊਂਟਿੰਗ ਦੀ ਮੀਨਿੰਗ ਵੀ ਕਲੀਅਰ ਹੋ ਜਾਏਗੀ। ਇਹਨੂੰ ਸਮਝਣ ਵਾਸਤੇ ਇੱਕ ਗੱਲ ਹੋਰ, ਪਹਿਲਾਂ ਤਾਂ ਸਮਝ ਲਓ ਕਿ ਅਕਾਊਂਟਿੰਗ ਕੀ ਹੈ। ਅਕਾਊਂਟਿੰਗ ਇਜ਼ ਅ ਮੀਡੀਅਮ ਆਫ ਕਮਿਊਨੀਕੇਸ਼ਨ ਹੈ। ਕਹਿੰਦੇ ਇਹ ਕੀ ਹੈ, ਇੱਕ ਮੀਡੀਅਮ ਆਫ ਕਮਿਊਨੀਕੇਸ਼ਨ ਹੈ। ਕੀ ਹੈ ਇਹ, ਇੱਕ ਲੈਂਗੁਏਜ ਹੈ, ਬਿਜ਼ਨਸ ਦੀ ਲੈਂਗੁਏਜ ਹੈ। ਹੁਣ ਬਿਜ਼ਨਸ ਨੂੰ ਸਮਝਣ ਵਾਸਤੇ ਅਕਾਊਂਟਿੰਗ ਦੀ ਲੈਂਗੁਏਜ ਨੂੰ ਸਮਝਣਾ ਪੈਂਦਾ। ਤਾਂ ਇੱਕ ਕਹਿੰਦੇ ਬਿਜ਼ਨਸ ਦੀ ਲੈਂਗੁਏਜ ਹੈ ਜੋ ਅਕਾਊਂਟਿੰਗ ਦੇ ਵਿੱਚ ਆਪਾਂ ਸਿੱਖਦੇ ਹਾਂ। ਸਮਝ ਆ ਗਈ ਸਾਰਿਆਂ ਨੂੰ ਸਟੂਡੈਂਟਸ। ਦੇਖੋ ਸਟੂਡੈਂਟ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹੁਣ ਆਪਾਂ ਨੂੰ ਇਸ ਡੈਫੀਨੇਸ਼ਨ ਨੂੰ ਸਮਝਣ ਲਈ ਦੇਖੋ ਆਇਡੈਂਟੀਫਾਈਂਗ ਇਹ ਸਾਰੀ ਆਪਾਂ ਡਿਟੇਲ 'ਚ ਕਰਦੇ ਹਾਂ। ਇਹ ਆਪਾਂ ਕਿੱਥੇ ਕਰਾਂਗੇ, ਕਰੈਕਟਰਿਸਟਿਕਸ ਵਿੱਚ ਕਰਾਂਗੇ, ਜਿਸ ਦੇ ਵਿੱਚ ਦੇਖੋ ਕਰੈਕਟਰਿਸਟਿਕਸ ਦੇ ਵਿੱਚ ਦੇਖੋ ਕਿ ਅਕਾਊਂਟਿੰਗ ਕੀ ਹੈ। ਪਹਿਲਾਂ ਦੇਖੋ ਮੈਂ ਇੱਥੇ ਡੈਫੀਨੇਸ਼ਨ 'ਚ ਕੀ ਕਰਾਇਆ ਸੀ, ਆਇਡੈਂਟੀਫਾਈਂਗ। ਹੁਣ ਦੇਖੋ ਆਇਡੈਂਟੀਫਾਈਂਗ ਕੀ ਆ। ਕਹਿੰਦੇ ਆਇਡੈਂਟੀਫਿਕੇਸ਼ਨ ਆਫ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਇਵੈਂਟ। ਕਹਿੰਦੇ ਆਇਡੈਂਟੀਫਾਈ ਕਰਦਾ ਹੈ, ਕਿਸ ਚੀਜ਼ ਨੂੰ ਆਇਡੈਂਟੀਫਾਈ ਕਰਦਾ ਹੈ। ਆਇਡੈਂਟੀਫਾਈ ਦਾ ਮਤਲਬ ਕੀ ਹੁੰਦਾ, ਲੱਭਣਾ, ਕਿਸ ਚੀਜ਼ ਨੂੰ ਲੱਭ ਰਿਹਾ, ਕਿਸ ਨੂੰ ਲੱਭ ਰਿਹਾ ਇਹ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਤੇ ਇਵੈਂਟ। ਕਹਿੰਦੇ ਉਸ ਚੀਜ਼ ਨੂੰ ਲੱਭ ਰਿਹਾ ਜੋ ਟ੍ਰਾਂਜੈਕਸ਼ਨਾਂ ਹੋਈਆਂ। ਟ੍ਰਾਂਜੈਕਸ਼ਨਾਂ ਕਾਹਦੀਆਂ, ਸੇਲ ਪਰਚੇਜ਼, ਕੋਈ ਖਰਚਾ, ਇਲੈਕਟ੍ਰੀਸਿਟੀ ਐਕਸਪੈਂਸ, ਸੈਲਰੀ ਪੇਡ, ਜੋ ਵੀ ਇਹ ਟ੍ਰਾਂਜੈਕਸ਼ਨਾਂ ਹੋਈਆਂ ਉਹ 'ਤੇ ਕੋਈ ਘਟਨਾ ਵਾਪਰੀ, ਉਸ ਚੀਜ਼ ਨੂੰ ਇਹ ਲੱਭਦਾ ਹੈ। ਪਹਿਲਾ ਕੀ ਪੁਆਇੰਟ ਆ ਜਾਂਦਾ ਹੈ ਕਿ ਦੇਖੋ ਡੈਫੀਨੇਸ਼ਨ ਅਕਾਊਂਟਿੰਗ ਰਿਕਾਰਡ ਓਨਲੀ ਦੋਜ਼ ਟ੍ਰਾਂਜੈਕਸ਼ਨ ਐਵੈਂਟਸ ਵਿਚ ਕੈਨ ਬੀ ਮੇਜਰਡ ਇਨ ਦਾ ਟਰਮਸ ਆਫ ਮਨੀ। ਅੱਗੇ ਤਾਂ ਮੇਜਰ ਇਨ ਟਰਮਸ ਆਫ ਮਨੀ ਦੇ ਵਿੱਚ ਆਪਾਂ ਬਾਅਦ 'ਚ ਕਰਾਂਗੇ। ਪਹਿਲਾਂ ਇਹ ਉਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਦਾ ਜੋ ਕਿਸੇ ਟ੍ਰਾਂਜੈਕਸ਼ਨ 'ਤੇ ਇਵੈਂਟਸ ਨੂੰ, ਮਤਲਬ ਕੋਈ ਵੀ ਟ੍ਰਾਂਜੈਕਸ਼ਨ ਹੋਈ ਹੈ ਜਾਂ ਘਟਨਾ ਵਾਪਰੀ ਹੈ ਤਾਂ ਉਹਨੂੰ ਆਇਡੈਂਟੀਫਾਈ ਕਰਦਾ। ਫਿਰ ਬਾਅਦ ਦੇ ਵਿੱਚ ਉਹਨੂੰ ਕਿਸ ਦੇ ਵਿੱਚ ਮੇਜਰ ਕਰੇਗਾ, ਟਰਮ ਆਫ ਮਨੀ। ਇਹੀ ਆਪਣਾ ਨੈਕਸਟ ਪੁਆਇੰਟ ਹੈ। ਦੇਖੋ ਅੱਗੇ ਆਪਾਂ ਡੈਫੀਨੇਸ਼ਨ ਦੇ ਵਿੱਚ ਕੀ ਪੜ੍ਹਿਆ ਸੀਗਾ, ਦੇਖੋ ਸਟੂਡੈਂਟਸ ਮੇਅਰਿੰਗ ਪੁਆਇੰਟ ਪੜ੍ਹਿਆ ਸੀ ਨਾ। ਹੁਣ ਇਹਨੂੰ ਆਪਾਂ ਪੜ੍ਹਾਂਗੇ। ਜਦੋਂ ਆਪਾਂ ਨੂੰ ਇਹ ਕਲੀਅਰ ਹੋ ਗਿਆ ਤਾਂ ਸਾਰੀ ਡੈਫੀਨੇਸ਼ਨ ਕਲੀਅਰ ਹੋ ਜਾਏਗੀ। ਹੁਣ ਦੇਖੋ ਸਟੂਡੈਂਟਸ, ਮੇਅਰਿੰਗ ਦੇ ਵਿੱਚ ਕੀ ਆਉਂਦਾ, ਕਹਿੰਦੇ ਅਕਾਊਂਟਿੰਗ measures the transaction and event in terms of a common measurement unit that is the currency of the country। ਕਹਿੰਦੇ ਜਿਹੜੀ ਟ੍ਰਾਂਜੈਕਸ਼ਨ ਤੁਸੀਂ ਲੱਭੀ, ਘਟਨਾ ਨੂੰ, ਇਵੈਂਟਸ ਨੂੰ ਲੱਭਿਆ, ਤਾਂ ਉਸ ਨੂੰ ਮਨੀ ਦੇ ਵਿੱਚ ਕੀ ਕਰਦਾ, ਮੇਜਰ ਕਰਦਾ। ਮਨੀ ਮਤਲਬ ਜਿਸ ਕੰਟਰੀ ਦੀ ਆਪਾਂ ਗੱਲ ਕਰ ਰਹੇ ਹਾਂ, ਮਤਲਬ ਇੰਡੀਆ ਦੀ ਗੱਲ ਕਰ ਰਿਹਾ ਤਾਂ ਉਹ ਰੁਪਏ ਦੇ ਵਿੱਚ ਗੱਲ ਕਰੇਗਾ। ਅਗਰ ਹੋਰ ਕੋਈ ਕੰਟਰੀ ਦੀ ਗੱਲ ਕਰ ਰਿਹਾ ਤਾਂ ਉਸ ਕੰਟਰੀ ਦੇ ਕਰੰਸੀ ਦੀ ਗੱਲ ਕਰ ਰਿਹਾ। ਮਤਲਬ ਜਿਹੜੀ ਟ੍ਰਾਂਜੈਕਸ਼ਨ ਦੇ ਇਵੈਂਟ ਹੈ ਉਹਨੂੰ ਕੀ ਕਰਦਾ, ਮੇਜਰ ਕਰਦਾ ਕਿਹਦੇ ਵਿੱਚ, ਮਨੀ ਦੇ ਵਿੱਚ। ਉਹ ਵੀ ਕਿਹੜੀ ਹੈ, ਜਿਹੜੀ ਕੰਟਰੀ ਦੀ ਕਰੰਸੀ ਦੇ ਉੱਤੇ। ਕਲੀਅਰ ਹੈ ਗੱਲ।
ਹੁਣ ਤੁਹਾਨੂੰ ਦੋ ਚੀਜ਼ਾਂ ਪਤਾ ਲੱਗ ਗਈਆਂ। ਦੇਖੋ ਸਟੂਡੈਂਟਸ ਡੈਫੀਨੇਸ਼ਨ ਦੇ ਵਿੱਚ ਇੱਕ ਪ੍ਰੋਸੈਸ ਹੈ ਕਿਸ ਚੀਜ਼ ਦਾ, ਆਇਡੈਂਟੀਫਿਕੇਸ਼ਨ ਦਾ ਅਤੇ ਮੇਅਰਿੰਗ ਦਾ। ਆਇਡੈਂਟੀਫਿਕੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ, ਮੇਅਰਿੰਗ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ। ਅੱਜ ਤੁਹਾਨੂੰ ਡੈਫੀਨੇਸ਼ਨ ਇੰਨੀ ਵਧੀਆ ਤਰੀਕੇ ਨਾਲ ਕਰਾ ਦੇਣੀ ਹੈ ਕਿ ਤੁਹਾਨੂੰ ਕਦੇ ਜ਼ਿੰਦਗੀ ਦੇ ਵਿੱਚ ਵੀ ਨਹੀਂ ਭੁੱਲੋਗੇ, ਤਾਂ ਤੁਹਾਨੂੰ ਸਾਰਾ ਪੇਪਰ ਦੇ ਵਿੱਚ ਅੱਖਾਂ ਮੀਚ ਕੇ ਵੀ ਤੁਸੀਂ ਡੈਫੀਨੇਸ਼ਨ ਲਿਖੇ ਆਉਂਗੇ। ਦੇਖੋ ਉਸ ਤੋਂ ਬਾਅਦ ਕੀ ਲਿਖਿਆ ਹੋਇਆ ਸਟੂਡੈਂਟਸ, ਰਿਕਾਰਡਿੰਗ। ਹੁਣ ਰਿਕਾਰਡਿੰਗ ਦੇਖੋ, ਠੀਕ ਹੈ, ਰਿਕਾਰਡਿੰਗ। ਹੁਣ ਰਿਕਾਰਡਿੰਗ ਦੇ ਵਿੱਚ ਦੇਖੋ ਕੀ ਆਉਂਦਾ ਸਟੂਡੈਂਟਸ, ਕਹਿੰਦੇ ਰਿਕਾਰਡਿੰਗ ਇਜ਼ ਦਾ ਪ੍ਰੋਸੈਸ of recording business transaction of financial character in the books of original entry। ਕਹਿੰਦੇ ਹੁਣ ਇੱਥੇ ਆਪਾਂ ਨੇ ਕੀ ਲੱਭਿਆ, ਇੱਥੇ ਆਪਾਂ ਨੇ ਦੇਖੋ ਸਟੂਡੈਂਟਸ ਕੀ ਲੱਭਿਆ, ਆਪਾਂ ਨੇ ਆਇਡੈਂਟੀਫਾਈ ਕੀਤੀ ਕੋਈ ਟ੍ਰਾਂਜੈਕਸ਼ਨ ਤੇ ਇਵੈਂਟ ਨੂੰ। ਇੱਥੇ ਕੀ ਕਰ ਰਿਹਾ ਆਪਾਂ, ਮਨੀ ਦੇ ਵਿੱਚ ਲੱਭ ਰਿਹਾ ਕਿ ਉਹ ਜਿਹੜੀ ਟ੍ਰਾਂਜੈਕਸ਼ਨ ਦੇ ਇਵੈਂਟ ਆ ਉਹ ਕਿਹੜੀ ਮਨੀ ਦੇ ਵਿੱਚ ਹੈ, ਕੰਟਰੀ ਦੇ ਕਰੰਸੀ ਦੇ ਉੱਤੇ। ਇੱਥੇ ਕੀ ਕਰ ਰਿਹਾ, ਫਿਰ ਉਹਨੂੰ ਰਿਕਾਰਡ ਕਰਦੇ ਆ, ਕਿਹਦੇ ਵਿੱਚ ਰਿਕਾਰਡ ਕਰਦੇ ਆ, ਬੁੱਕਸ ਆਫ ਓਰੀਜਨਲ ਐਂਟਰੀ, ਜਿਹਨੂੰ ਕੀ ਬੋਲਦੇ ਆਪਾਂ, ਜਰਨਲ। ਕਿਹਨੂੰ ਬੋਲਦੇ ਆਪਾਂ, ਜਰਨਲ। ਬੁੱਕਸ ਆਫ ਓਰੀਜਨਲ ਐਂਟਰੀ ਨੂੰ ਕਿਹਨੂੰ ਆਪਾਂ ਬੋਲਾਂਗੇ, ਜਰਨਲ। ਫਿਰ ਆਪਾਂ ਜਿਹੜੀ ਟ੍ਰਾਂਜੈਕਸ਼ਨ ਤੇ ਇਵੈਂਟ ਨੂੰ ਕਿਹਦੇ ਵਿੱਚ ਰਿਕਾਰਡ ਕਰਦੇ ਆਪਾਂ, ਜਰਨਲ ਦੇ ਵਿੱਚ। ਇਹ ਸਮਝ ਆ ਗਿਆ ਸਟੂਡੈਂਟਸ। ਫਿਰ ਆਪਾਂ ਦੇਖੋ ਡੈਫੀਨੇਸ਼ਨ ਦੇ ਵਿੱਚ ਕੀ ਲਿਖਿਆ ਹੋਇਆ, ਫਿਰ ਰਿਕਾਰਡਿੰਗ ਤੋਂ ਬਾਅਦ ਕੀ ਕਰਦੇ ਆਪਾਂ, ਕਲਾਸੀਫਾਈ। ਹੁਣ ਤੁਸੀਂ ਇਹ ਸੋਚੋ, ਪਹਿਲਾਂ ਆਪਾਂ ਨੇ ਟ੍ਰਾਂਜੈਕਸ਼ਨ ਇਵੈਂਟ ਨੂੰ ਲੱਭਿਆ, ਫਿਰ ਆਪਾਂ ਨੇ ਉਹਨੂੰ ਮਨੀ ਦੇਖੀ, ਮਨੀ ਦੇ ਵਿੱਚ ਡਿਫਾਈਨ ਕੀਤਾ, ਫਿਰ ਆਪਾਂ ਰਿਕਾਰਡ ਕਰ ਰਿਹਾ, ਕਿਹਦੇ ਵਿੱਚ ਰਿਕਾਰਡ ਕਰ ਰਿਹਾ ਆਪਾਂ, ਜਰਨਲ ਦੇ ਵਿੱਚ। ਫਿਰ ਉਹਨੂੰ ਆਪਾਂ ਕੀ ਕਰਾਂਗੇ, ਅੱਗੇ ਕਲਾਸੀਫਾਈਂਗ ਕਰਾਂਗੇ। ਤਾਂ ਕਲਾਸੀਫਾਈਂਗ ਦੀ ਦੇਖੋ ਡੈਫੀਨੇਸ਼ਨ ਕੀ ਹੈ ਸਟੂਡੈਂਟਸ, ਦੇਖੋ ਕਲਾਸੀਫਾਈਂਗ ਕਹਿੰਦਾ the transaction recorded in the journal or subsidiary books are classified or posted to the main books of account as known as ledger। ਜਿਹੜੀ ਆਪਾਂ ਜਰਨਲ ਦੇ ਵਿੱਚ ਰਿਕਾਰਡ ਕੀਤੀ ਹੈ, ਫਿਰ ਉਹਨੂੰ ਆਪਾਂ ਕਿਹਦੇ ਵਿੱਚ ਪੋਸਟ ਕਰਦੇ ਆ, ਅੱਗੇ ਪੋਸਟ ਕਿਹਦੇ ਵਿੱਚ ਕਰਦੇ ਆ ਆਪਾਂ, ਲੈਜਰ ਦੇ ਵਿੱਚ। ਮਤਲਬ ਕਲਾਸੀਫਾਈ ਦਾ ਮਤਲਬ ਇਹ ਹੈ, ਜਿਹੜੀ ਘਟਨਾ, ਜਿਹੜੇ ਇਵੈਂਟ ਆਪਣੇ ਵਾਪਰੇ ਸੀ, ਆਪਾਂ ਜਰਨਲ 'ਚ ਰਿਕਾਰਡ ਕਰਤਾ, ਉਹ ਆਪਣੀ ਪ੍ਰਾਇਮਰੀ ਐਂਟਰੀ ਹੋ ਗਈ। ਫਿਰ ਉਸ ਤੋਂ ਜਰਨਲ ਤੋਂ ਆਪਾਂ ਕਿੱਧਰ ਜਾਂਦੇ ਆ, ਅੱਗੇ ਆਪਣਾ ਪ੍ਰੋਸੈਸ ਹੁੰਦਾ ਲੈਜਰ ਦਾ। ਲੈਜਰ ਦੇ ਵਿੱਚ ਆਪਾਂ ਕੀ ਕਰਦੇ ਆ, ਉਹ ਹਰੇਕ ਬੰਦੇ ਦਾ ਅਲੱਗ-ਅਲੱਗ ਅਕਾਊਂਟ ਬਣਾ ਕੇ ਉਹਨੂੰ ਆਪਾਂ ਲੈਜਰ ਦੇ ਵਿੱਚ ਕੀ ਕਰ ਦਿੰਦੇ ਆ, ਪੋਸਟ ਕਰ ਦਿੰਦੇ ਆ। ਲੈਜਰ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਇਹ ਬੰਦੇ ਦਾ ਇਹ ਅਕਾਊਂਟ ਦੇ ਵਿੱਚ ਕਿੰਨਾ ਹਿਸਾਬ ਕਿਤਾਬ ਉਹਦਾ ਚੱਲ ਰਿਹਾ। ਸਮਝ ਆ ਗਈ ਸਟੂਡੈਂਟਸ। ਅੱਗੇ ਦੇਖੋ ਮੈਂ ਤੁਹਾਨੂੰ ਡੈਫੀਨੇਸ਼ਨ ਬਾਰ-ਬਾਰ ਲੈ ਕੇ ਜਾ ਰਿਹਾ ਡੈਫੀਨੇਸ਼ਨ ਤੇ। ਦੇਖੋ ਰਿਕਾਰਡਿੰਗ ਕਰ ਲਈ, ਕਲਾਸੀਫਾਈਂਗ ਕਰ ਲਈ, ਫਿਰ ਉਸ ਤੋਂ ਬਾਅਦ ਕੀ ਆਉਂਦਾ, ਸਮਰਾਈਜ਼ਿੰਗ। ਸਮਰਾਈਜ਼ਿੰਗ, ਹੁਣ ਦੇਖੋ ਸਮਰਾਈਜ਼ਿੰਗ 'ਚ ਕੀ ਆਉਂਦਾ, ਸਮਰੀ ਕੱਢਣਾ। ਹੁਣ ਦੇਖੋ ਸਮਰਾਈਜ਼ਿੰਗ ਦਾ ਕੀ ਆ ਜਾਂਦਾ, ਕਹਿੰਦੇ ਸਮਰਾਈਜ਼ਿੰਗ ਕੀ ਹੈ, ਸਮਰਾਈਜ਼ਿੰਗ ਪ੍ਰੈਜੈਂਟੇਸ਼ਨ ਆਫ ਕਲਾਸੀਫਾਈਡ ਡਾਟਾ ਇਨ ਐਨ ਅੰਡਰਸਟੈਂਡੇਬਲ ਐਂਡ ਯੂਜ਼ਫੁਲ ਮੈਨਰ ਫॉर ਇੰਟਰਨਲ ਐਂਡ ਐਜ਼ ਵੈਲ ਐਜ਼ ਐਕਸਟਰਨਲ ਯੂਜ਼ਰ। ਮਤਲਬ ਕੀ ਆ, ਫਿਰ ਉਹ ਉਸ ਨੂੰ ਸਮਰੀ ਕਰਦਾ। ਸਮਰੀ ਦਾ ਮਤਲਬ ਹੁੰਦਾ ਜਿਹੜੀ ਟ੍ਰਾਂਜੈਕਸ਼ਨ ਘਟਨਾ ਜਰਨਲ 'ਚ ਰਿਕਾਰਡ ਕੀਤੀ ਆ, ਫਿਰ ਬਾਅਦ 'ਚ ਆਪਾਂ ਉਹਨਾਂ ਦੇ ਖਾਤੇ ਖੋਲ੍ਹੇ, ਮਤਲਬ ਕਿੱਥੇ ਖੋਲ੍ਹੇ ਖਾਤੇ ਆਪਾਂ, ਕਲਾਸੀਫਾਈਂਗ ਦੇ ਵਿੱਚ। ਫਿਰ ਉਸ ਨੂੰ ਸਮਰੀ ਕਰਦਾ ਹੈ ਕਿ ਹਾਂ, ਜੇਕਰ ਕੈਸ਼ ਦਾ ਆਪਾਂ ਖਾਤਾ ਖੋਲ੍ਹਿਆ ਹੋਇਆ, ਕੈਸ਼ ਦੀ ਸਮਰੀ ਕਿੰਨੀ ਹੋਏਗੀ, ਮਤਲਬ ਪੂਰੇ ਆਪਾਂ ਨੇ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਐਂਟਰੀਆਂ ਪਾ ਲਈਆਂ, ਉਹਦਾ ਐਂਡ ਤੇ ਟੋਟਲ ਕਿੰਨਾ ਆ ਗਿਆ, ਮਤਲਬ ਕੈਸ਼ ਦਾ ਜਿੰਨੀਆਂ ਟ੍ਰਾਂਜੈਕਸ਼ਨਾਂ ਆਪਾਂ ਕੀਤੀਆਂ, ਬਹੁਤ ਸਾਰੀਆਂ ਕੀਤੀਆਂ, ਉਹਦਾ ਐਂਡ ਤੇ ਜਾ ਕੇ ਟੋਟਲ ਸਮਰੀ ਕਿੰਨੀ ਆ ਗਈ, ਮਤਲਬ ਉਹਦਾ ਜੋੜ ਕਿੰਨਾ ਆ ਗਿਆ, ਉਹ ਆਪਾਂ ਕਿਹਦੇ ਵਿੱਚ ਦੇਖਦੇ ਆ, ਸਮਰਾਈਜ਼ਿੰਗ ਦੇ ਵਿੱਚ। ਮਤਲਬ ਕੈਸ਼ ਦਾ ਟੋਟਲ ਕਿੰਨਾ ਆ ਗਿਆ, ਡੈਟਰ ਦਾ ਟੋਟਲ ਕਿੰਨਾ ਆ ਗਿਆ, ਆਪਾਂ ਨੂੰ ਕਿਸੇ ਵੀ ਫਰਨੀਚਰ ਦਾ ਟੋਟਲ, ਰਾਮ ਸ਼ਾਮ ਜਿਹਦਾ ਵੀ ਆਪਾਂ ਖਾਤਾ ਖੋਲ੍ਹਿਆ ਹੋਇਆ, ਉਹਦਾ ਟੋਟਲ ਕਿੰਨਾ ਆ ਗਿਆ, ਉਹਨੂੰ ਆਪਾਂ ਸਾਰਾ ਕਿਹਦੇ ਵਿੱਚ ਰਿਕਾਰਡ ਕਰਦੇ ਆ, ਆਪਾਂ ਸਮਰਾਈਜ਼ਿੰਗ ਦੇ ਵਿੱਚ। ਸਮਰੀ ਨਿਕਲ ਜਾਂਦੀ ਹੈ ਕਿ ਹਾਂ ਵੀ ਆਪਣੀ ਟ੍ਰਾਂਜੈਕਸ਼ਨ ਘਟਨਾ ਦਾ ਜਿਹੜੀ ਵੀ ਰਿਕਾਰਡ ਹੈ, ਉਹ ਇਹਦਾ ਟੋਟਲ ਇੰਨਾ ਆਇਆ, ਉਹਨੂੰ ਆਪਾਂ ਸਮਰੀ ਦੇ ਵਿੱਚ ਲਿਖਦੇ ਹਾਂ। ਤਾਂ ਸਟੂਡੈਂਟ ਸਾਰਿਆਂ ਨੂੰ ਸਮਰਾਈਜ਼ਿੰਗ ਦਾ ਬਿਲਕੁਲ ਕਲੀਅਰ ਕੱਟ ਸਮਝ ਆ ਗਿਆ ਹੋਊਗਾ, ਠੀਕ ਹੈ। ਇਹਨੂੰ ਤਾਂ ਤੁਸੀਂ ਬਿਲਕੁਲ ਵੀ ਨਹੀਂ ਭੁੱਲੋਗੇ। ਅੱਗੇ ਆ ਜਾਂਦਾ ਸਟੂਡੈਂਟਸ ਕਿ ਐਨਾਲਾਈਸਿਸ ਐਂਡ ਇੰਟਰਪ੍ਰੇਟਿੰਗ। ਕਹਿੰਦੇ ਫਿਰ ਜਦੋਂ ਆਪਾਂ ਸਾਰੀ ਸਮਰੀ ਕੱਢ ਲੈਂਦੇ ਹਾਂ, ਫਿਰ ਆਪਾਂ ਉਸ ਤੋਂ ਬਾਅਦ ਇਹ ਜਿਹੜੀ ਵੀ ਸਮਰੀ ਆਪਾਂ ਨੂੰ ਨਿਕਲਦੀ ਆ, ਤਾਂ ਯੂਜ਼ਰ ਉਹਦੇ ਵਿੱਚ ਜਜਮੈਂਟ ਲਗਾ ਲੈਂਦਾ। ਫਿਰ ਉਹਨੂੰ ਐਨਾਲਾਈਜ਼ ਕਰਦਾ ਕਿ ਹਾਂ, ਆਪਣੀ ਜਜਮੈਂਟ ਲਗਾਉਂਦਾ ਹੈ ਕਿ ਆਪਣੀ ਜਿਹੜੀ ਬਿਜ਼ਨਸ ਹੈ ਉਹ ਮਤਲਬ ਕਿ ਉਹਦਾ ਪੋਜੀਸ਼ਨ ਕਿਸ ਤਰੀਕੇ ਨਾਲ ਚੱਲ ਰਿਹਾ, ਬਿਜ਼ਨਸ ਵਧੀਆ ਪੋਜੀਸ਼ਨ 'ਚ ਚੱਲ ਰਿਹਾ ਕਿ ਬੇਕਾਰ ਪੋਜੀਸ਼ਨ ਚੱਲ ਰਿਹਾ, ਉਹਨੂੰ ਕੀ ਕਰਦੇ ਨੇ, ਐਨਾਲਾਈਜ਼ ਕਰਦਾ, ਜਜਮੈਂਟ ਲਗਾਉਂਦਾ ਆਪਣੀ, ਠੀਕ ਹੈ। ਫਿਰ ਹੁਣ ਦੇਖੋ ਇਹ ਐਨਾਲਾਈਜ਼ਿੰਗ ਅਤੇ ਇੰਟਰਪ੍ਰੇਟਿੰਗ ਆਪਣੀ ਜਿਹੜੀ ਡੈਫੀਨੇਸ਼ਨ ਦੇ ਵਿੱਚ ਐਨਾਲਾਈਜ਼ਿੰਗ ਅਤੇ ਇੰਟਰਪ੍ਰੇਟਿੰਗ ਵਾਲਾ ਦੇਖੋ ਹੈਗਾ ਸੀਗਾ। ਫਿਰ ਉਸ ਤੋਂ ਕਮਿਊਨੀਕੇਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ, ਦੇਖੋ ਕਮਿਊਨੀਕੇਟਿੰਗ ਵਾਲਾ ਪੁਆਇੰਟ ਆ ਜਾਂਦਾ।
ਫਿਰ ਆਪਾਂ ਕਮਿਊਨੀਕੇਟ ਕਰਦੇ ਆ ਦ ਅਕਾਊਂਟਿੰਗ ਇਨਫੋਰਮੇਸ਼ਨ ਮਸਟ ਬੀ ਪ੍ਰੋਵਾਈਡਡ ਇਨ ਟਾਈਮ ਐਂਡ ਪ੍ਰੈਜੈਂਟਡ ਟੂ ਦ ਯੂਜ਼ਰ ਸੋ ਦੈਟ ਐਪਰੋਪ੍ਰੀਏਟਡ ਡਿਸੀਜ਼ਨ ਮੇਕ ਬੀ ਟੇਕਨ ਐਟ ਦਾ ਰਾਈਟ ਟਾਈਮ। ਫਿਰ ਆਪਾਂ ਜਦੋਂ ਆਪਾਂ ਨੇ ਜਜਮੈਂਟ ਲਗਾ ਲਈ ਆਪਣਾ ਬਿਜ਼ਨਸ ਕਿਸ ਤਰੀਕੇ ਦੀ ਪੋਜੀਸ਼ਨ ਦੇ ਵਿੱਚ ਆ, ਬਾਅਦ 'ਚ ਫਿਰ ਆਪਾਂ ਕੀ ਕਰ ਦਿੰਦੇ ਆ, ਕਮਿਊਨੀਕੇਟ ਕਰ ਲੈਂਦੇ ਆ ਕਿ ਹਾਂ ਆਪਾਂ ਨੂੰ ਅੱਗੇ ਕੀ ਡਿਸੀਜ਼ਨ ਲੈਣੇ ਚਾਹੀਦੇ ਨੇ, ਆਪਾਂ ਨੂੰ ਅੱਗੇ ਕਿਵੇਂ ਵਧੀਆ ਬਣਾਏ ਤਾਂ ਜੋ ਆਪਾਂ ਨੂੰ ਇਹ ਪ੍ਰੋਬਲਮ ਨਾ ਆਵੇ। ਤਾਂ ਸਾਰਾ ਚੀਜ਼ਾਂ ਕਮਿਊਨੀਕੇਸ਼ਨ 'ਚ ਆ ਜਾਂਦਾ। ਤਾਂ ਹੁਣ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ ਇਹ ਅਕਾਊਂਟਿੰਗ ਦੀ ਡੈਫੀਨੇਸ਼ਨ। ਹੁਣ ਤੁਹਾਨੂੰ ਪਤਾ ਲੱਗ ਗਿਆ ਅਕਾਊਂਟਿੰਗ ਇਜ਼ ਦਾ ਸਿਸਟਮੈਟਿਕ ਪ੍ਰੋਸੈਸ ਆਫ ਆਇਡੈਂਟੀਫਾਈਂਗ, ਮੇਜਰਿੰਗ, ਰਿਕਾਰਡਿੰਗ, ਕਲਾਸੀਫਾਈਂਗ, ਸਮਰਾਈਜ਼ਿੰਗ ਐਂਡ ਇੰਟਰਪ੍ਰੀਟਿੰਗ ਦਾ ਕਮਿਊਨੀਕੇਸ਼ਨ ਫਾਈਨੈਂਸ਼ੀਅਲ ਇਨਫੋਰਮੇਸ਼ਨ। ਤਾਂ ਹੁਣ ਤੁਹਾਨੂੰ ਸਾਰਾ ਡੈਫੀਨੇਸ਼ਨ ਕਲੀਅਰ ਹੋ ਗਈ। ਨਾਲੇ ਇਹ ਵੀ ਪਤਾ ਲੱਗ ਗਿਆ ਕਿ ਬਿਜ਼ਨਸ ਦੀ ਕੀ ਹੈ ਲੈਂਗੁਏਜ ਹੈ ਅਕਾਊਂਟਿੰਗ, ਅਤੇ ਉਹਦੇ ਕਰੈਕਟਰਿਸਟਿਕਸ ਪਤਾ ਲੱਗ ਗਏ ਅਤੇ ਆਫ ਅਕਾਊਂਟਿੰਗ ਦੇ। ਹੁਣ ਅੱਗੇ ਅਗਲਾ ਆਪਣਾ ਟੋਪਿਕ ਹੈ ਹੁਣ ਕਿ ਬ੍ਰਾਂਚਿਸ ਆਫ ਅਕਾਊਂਟਿੰਗ। ਹੁਣ ਦੇਖੋ ਸਟੂਡੈਂਟ, ਜਦੋਂ ਵੀ ਮੈਂ ਕਿਸੇ ਪੁਆਇੰਟ 'ਤੇ ਤੁਹਾਨੂੰ ਮੋਬਾਈਲ ਰੱਖਦਾ ਹੁੰਨਾ ਜਾਂ ਤੇ ਕੈਮਰਾ ਫੋਕਸ ਕਰ ਰਿਹਾ ਹੁੰਨਾ ਤਾਂ ਤੁਸੀਂ ਉਸ ਪੁਆਇੰਟ ਨੂੰ ਵੀਡੀਓ ਨੂੰ ਕੀ ਕਰਨਾ ਹੁੰਦਾ, ਪੋਜ਼ ਕਰਕੇ ਦੇਖ ਲਿਆ ਕਰੋ। ਜੇ ਅਗਰ ਮੈਂ ਤੁਹਾਨੂੰ ਮੰਨ ਲਓ ਇੱਕ ਵੀਡੀਓ ਨੂੰ ਹੀ ਉਸ ਪੁਆਇੰਟ 'ਤੇ ਹੀ ਫੋਕਸ ਕਰਕੇ ਰੱਖਾਂ, ਹਾਂ ਵੀ ਤੁਸੀਂ ਉਤਾਰੋਗੇ, ਤਾਂ ਫਿਰ ਇਹ ਵੀਡੀਓ ਹੀ ਪਤਾ ਨਹੀਂ ਕਿੰਨੇ ਘੰਟੇ ਦੀ ਬਣ ਜਾਣੀ ਹੈ ਨਾ। ਮੇਰਾ ਮਕਸਦ ਤੁਹਾਨੂੰ ਕੀ ਹੈ, ਪੁਆਇੰਟ ਨੂੰ ਸਮਝਾਉਣਾ। ਅਤੇ ਤੁਹਾਡੇ ਸਾਹਮਣੇ ਜਿਵੇਂ ਹੁਣ ਦੇਖੋ ਮੈਂ ਪੁਆਇੰਟ ਫੋਕਸ ਕੀਤਾ ਹੋਇਆ, ਬਸ ਇਹਨੂੰ ਪੋਜ਼ ਕਰੋ ਅਤੇ ਉਤਾਰ ਲਓ ਤਾਂ ਜੋ ਤੁਹਾਡਾ ਕੰਮ ਆਸਾਨ ਹੋ ਜੇ। ਠੀਕ ਹੈ ਸਟੂਡੈਂਟਸ, ਹੁਣ ਦੇਖੋ ਬ੍ਰਾਂਚਿਸ ਆਫ ਅਕਾਊਂਟਿੰਗ। ਬ੍ਰਾਂਚਿਸ ਆਫ ਅਕਾਊਂਟਿੰਗ ਦੇ ਵਿੱਚ ਕੀ ਆਉਂਦਾ ਹੈ, ਸਭ ਤੋਂ ਪਹਿਲਾ ਪੁਆਇੰਟ ਫਾਈਨੈਂਸ਼ੀਅਲ ਅਕਾਊਂਟਿੰਗ। ਫਾਈਨੈਂਸ਼ੀਅਲ ਅਕਾਊਂਟਿੰਗ ਕੀ ਹੈ, ਕਹਿੰਦੇ ਰਿਕਾਰਡਸ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਇਵੈਂਟ ਸਮਰਾਈਜ਼ਿੰਗ ਐਂਡ ਇੰਟਰਪ੍ਰੇਟ ਦੈਮ ਬਿਫੋਰ ਕਮਿਊਨੀਕੇਟਿੰਗ ਰਿਜ਼ਲਟ ਟੂ ਦਾ ਯੂਜ਼ਰ। ਇਹ ਫਾਈਨੈਂਸ਼ੀਅਲ ਜਿਹੜੀ ਆਪਾਂ ਬੁੱਕ ਪੜ੍ਹ ਰਹੇ ਹਾਂ ਨਾ ਸਟੂਡੈਂਟ, ਇਹ ਆਪਾਂ ਫਾਈਨੈਂਸ਼ੀਅਲ ਅਕਾਊਂਟਿੰਗ ਪੜ੍ਹ ਰਹੇ ਹਾਂ। ਬੁੱਕ ਦਾ ਨਾਮ ਹੈਗਾ ਡਬਲ ਐਂਟਰੀ ਸਿਸਟਮ, ਪਰ ਕਿਸ ਚੀਜ਼ ਦੀ, ਫਾਈਨੈਂਸ਼ੀਅਲ ਅਕਾਊਂਟਿੰਗ ਦੀ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਕੋਈ ਵੀ ਟ੍ਰਾਂਜੈਕਸ਼ਨ ਅਤੇ ਇਵੈਂਟ ਹੈ ਉਹਨੂੰ ਆਪਾਂ ਕੀ ਕਰਦੇ ਹਾਂ, ਸਮਰਾਈਜ਼ ਕਰਦੇ ਹਾਂ, ਇੰਟਰਪ੍ਰੇਟ ਕਰਦੇ ਹਾਂ, ਫਿਰ ਕਮਿਊਨੀਕੇਟ ਕਰਦੇ ਹਾਂ। ਇਹਦੇ ਵਿੱਚ ਆਪਾਂ ਕੀ ਡਿਟਰਮਾਈਨ ਕਰਦੇ ਹਾਂ, ਪ੍ਰੋਫਿਟ ਐਂਡ ਲੋਸ, ਆਪਾਂ ਨੂੰ ਕੀ ਹੋਇਆ, ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਅਤੇ ਐਂਡ ਪ੍ਰੋਡਕਟ ਆਪਾਂ ਕੀ ਕੱਢਦੇ ਹਾਂ ਫਾਈਨੈਂਸ਼ੀਅਲ ਅਤੇ ਅਕਾਊਂਟਿੰਗ ਦੇ ਵਿੱਚ ਪ੍ਰੋਫਿਟ ਐਂਡ ਲੋਸ ਬਣਾਉਂਦੇ ਹਾਂ ਅਤੇ ਬੈਲੈਂਸ ਸ਼ੀਟ ਬਣਾਉਂਦੇ ਹਾਂ। ਜਦੋਂ ਆਪਾਂ ਬੁੱਕ ਦਾ ਐਂਡ ਕਰਾਂਗੇ ਤਾਂ ਜਦੋਂ ਬੁੱਕ ਦੇ ਵਿੱਚ ਆਪਣੇ ਲਾਸਟ ਟੋਪਿਕਸ ਇਹੀ ਹੋਣਗੇ ਜਿਹਦੇ ਵਿੱਚ ਆਪਾਂ ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ ਹੀ ਕੱਢਣਾ ਹੋਏਗਾ, ਜਿਹਦੇ ਨਾਲ ਆਪਾਂ ਨੂੰ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ ਹੈ। ਬ੍ਰਾਂਚਿਸ ਮਤਲਬ ਤੁਹਾਨੂੰ ਪਤਾ ਹੈ ਅਕਾਊਂਟਸ ਦੀਆਂ ਜਿਹੜੀਆਂ ਬ੍ਰਾਂਚਿਸ ਨੇਗੀਆਂ ਉਹ ਇਹ 3 ਟਾਈਪ ਦੀਆਂ ਬ੍ਰਾਂਚਿਸ ਹੁੰਦੀਆਂ ਨੇਗੀਆਂ, ਫਾਈਨੈਂਸ਼ੀਅਲ ਅਕਾਊਂਟਿੰਗ, ਕੋਸਟ ਅਤੇ ਮੈਨੇਜਮੈਂਟ ਅਕਾਊਂਟਿੰਗ। ਸਟੂਡੈਂਟਸ ਕਲੀਅਰ ਹੋ ਗਿਆ। ਅੱਗੇ ਦੇਖੋ ਸਟੂਡੈਂਟਸ, ਪਹਿਲਾਂ ਅੱਗੇ ਆਪਾਂ ਪੜ੍ਹਾਂਗੇ ਕੋਸਟ ਅਕਾਊਂਟਿੰਗ। ਕੋਸਟ ਅਕਾਊਂਟਿੰਗ ਦੇ ਵਿੱਚ ਕੀ ਆਉਂਦਾ ਹੈ, ਵਿਚ ਡੀਲ ਵਿਦ ਰਿਕਾਰਡਿੰਗ ਕੋਸਟ ਵਿਦ ਆਬਜੈਕਟਿਵ of ascertaining and reducing the and controlling cost। ਕੋਸਟ ਅਕਾਊਂਟਿੰਗ ਕੀ ਹੁੰਦਾ ਸਟੂਡੈਂਟਸ, ਕਹਿੰਦੇ ਇਹ ਕੋਈ ਵੀ ਡੀਲਿੰਗ ਕਰਦੇ ਆ ਆਪਾਂ ਕਿਸੇ ਚੀਜ਼ ਦੀ, ਜਿਹੜੀ ਆਪਾਂ ਕੋਸਟ ਰਿਕਾਰਡ ਕੀਤੀ ਹੈ ਉਹ ਓਬਜੈਕਟਿਵ ਆਪਣੇ ਜਿਹੜੇ ਉਦੇਸ਼ ਹੁੰਦੇ ਨੇਗੇ, ਜੋ ਆਪਣੀ ਕੋਸਟ ਨੂੰ ਕੀ ਕਰਨਾ, ਕੰਟਰੋਲ ਕਰਨਾ, ਰਿਡਿਊਸ ਘੱਟ ਤੋਂ ਘੱਟ ਲਿਆਉਣਾ, ਇਹ ਕੋਸਟ ਅਕਾਊਂਟਿੰਗ ਦਾ ਹੀ ਪਾਰਟ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ। ਹੁਣ ਮੰਨ ਲਓ ਆਪਾਂ ਨੂੰ ਇੱਕ ਪ੍ਰੋਡਕਟ ਹੈ ਉਹ ਕਿੰਨੇ ਰੁਪਏ ਦਾ ਪਿਆ, ਆਪਾਂ ਨੂੰ ਇੱਕ ਪ੍ਰੋਡਕਟ ਹੈ ਉਹ ਕਿੰਨੇ ਰੁਪਏ ਦਾ ਪਿਆ, ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਦਾ ਰੇਟ ਕਿੰਨੇ ਰੁਪਏ ਚੱਲ ਰਿਹਾ। ਠੀਕ ਹੈ, ਜੇਕਰ ਮੰਨ ਲਓ ਆਪਾਂ ਉਹਦੀ ਕੋਸਟ ਬਹੁਤ ਜ਼ਿਆਦਾ ਲੈ ਕੇ ਆ ਰਹੇ ਹਾਂ, ਫਿਰ ਆਪਾਂ ਨੂੰ ਇਸ ਦਾ ਮਤਲਬ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਬਿਜ਼ਨਸ ਨੂੰ ਕੀ ਕਰ ਰਹੇ ਹਾਂ ਕਿ ਕੋਈ ਨਾ ਕੋਈ ਆਪਣੇ ਮਤਲਬ ਖਰਚਾ ਜ਼ਿਆਦਾ ਕਰ ਰਿਹਾ, ਵੇਸਟੇਜ ਜ਼ਿਆਦਾ ਕਰ ਰਹੇ ਹਾਂ। ਤਾਂ ਇਹ ਸਾਰੀ ਕੋਸਟ ਅਕਾਊਂਟਿੰਗ ਦਾ ਪਤਾ ਲੱਗਦੀ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਆਪਣੀ ਕੋਸਟ ਨੂੰ ਕੰਟਰੋਲ ਕਰਨਾ, ਇਹ ਸਾਰਾ ਕੋਸਟ ਅਕਾਊਂਟਿੰਗ ਆਪਾਂ ਨੂੰ ਦੱਸਦਾ ਹੈ, ਤਾਂ ਜੋ ਪ੍ਰੋਡਕਟ ਦੀ ਵੈਲਿਊ ਨਾ ਵੱਧ ਸਕੇ, ਆਪਾਂ ਘੱਟ ਤੋਂ ਘੱਟ ਕੋਸਟ ਲਿਆ ਕੇ ਆਪਾਂ ਵੱਧ ਤੋਂ ਵੱਧ ਬੈਨੀਫਿਟ ਉਠਾ ਸਕੀਏ। ਇਹ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇਗੀਆਂ। ਸਟੂਡੈਂਟ ਆਪਾਂ ਨੂੰ ਇਹ ਕੋਸਟ ਅਕਾਊਂਟਿੰਗ ਦੱਸਦਾ। ਅੱਗੇ ਆ ਜਾਂਦਾ ਮੈਨੇਜਮੈਂਟ ਅਕਾਊਂਟਿੰਗ। ਅੱਗੇ ਦੇਖੋ ਮੈਨੇਜਮੈਂਟ ਅਕਾਊਂਟਿੰਗ ਕੀ ਹੈ ਸਟੂਡੈਂਟਸ, ਕਿ it is concerned with generating accounting information relating to funds, cost, profit। ਕਹਿੰਦੇ ਜਿਹੜੀ ਮੈਨੇਜਮੈਂਟ ਮਤਲਬ ਅਕਾਊਂਟਸ ਨੂੰ, ਜਿਹੜੀ ਅਕਾਊਂਟਿੰਗ ਹੈ ਉਹਨੂੰ ਮੈਨੇਜ ਕਿਵੇਂ ਕਰਨਾ ਹੈ, ਇਹ ਮੈਨੇਜ ਕਿਸ ਚੀਜ਼ ਨੂੰ ਕਰਦਾ ਹੈ, ਫੰਡ, ਜਿਹੜਾ ਆਪਣਾ ਫੰਡ ਹੈ, ਫੰਡ ਨੂੰ, ਜਿਹੜਾ ਆਪਣੇ ਕੋਲ ਪੈਸਾ ਹੁੰਦਾ ਉਹ ਪੈਸੇ ਨੂੰ ਕਿਸ ਤਰੀਕੇ ਨਾਲ ਆਪਾਂ ਨੇ ਮੈਨੇਜ ਕਰਨਾ ਹੈ, ਫੰਡ ਨੂੰ, ਅਤੇ ਆਪਣੀ ਕੋਸਟ ਨੂੰ ਕਿਵੇਂ ਮੈਨੇਜ ਕਰਨਾ ਹੈ, ਪ੍ਰੋਫਿਟਸ ਜਿਹੜੇ ਹੋਏ ਨੇ ਉਹਨੂੰ ਕਿਵੇਂ ਕਿਸ ਤਰੀਕੇ ਨਾਲ ਲਗਾਈਏ ਤਾਂ ਜੋ ਆਪਣਾ ਬਿਜ਼ਨਸ ਅੱਗੇ ਵਧੀਆ ਚੱਲ ਸਕੇ। ਇਹ ਸਾਰਾ ਮੈਨੇਜਮੈਂਟ ਅਕਾਊਂਟਿੰਗ ਦਾ ਪਾਰਟ ਆ ਜਾਂਦਾ ਹੈ। ਤਾਂ ਸਟੂਡੈਂਟਸ ਤੁਹਾਡੇ ਸਾਹਮਣੇ ਇਹ 3 ਪੁਆਇੰਟ ਨੇ, ਬਿਲਕੁਲ ਕਲੀਅਰ ਕੱਟ ਤੁਹਾਨੂੰ ਸਮਝ ਆ ਗਿਆ ਹੋਊਗਾ, ਅਤੇ ਆਈ ਹੋਪ ਸਾਰਿਆਂ ਨੇ
ਉਤਾਰ ਲਿਆ ਹੋਊਗਾ। ਅਤੇ ਤੁਹਾਨੂੰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ, ਜਿਹੜਾ ਮੈਂ ਉਰੇ ਲਿਖਿਆ ਹੋਇਆ ਇਹ ਬਿਲਕੁਲ ਕਲੀਅਰ ਕੱਟ ਤੁਹਾਨੂੰ ਬਿਲਕੁਲ ਸਮਝ ਆਏਗਾ, ਪਲੱਸ ਅਤੇ ਤੁਸੀਂ ਉਹਨੂੰ ਕਿਸੇ ਹੋਰ ਜਗ੍ਹਾ ਤੋਂ ਇਹਨੂੰ ਪੜ੍ਹਨ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਇਹ ਤੁਹਾਡਾ ਇੰਨੀ ਵਧੀਆ ਤਰੀਕੇ ਨਾਲ ਤੁਹਾਨੂੰ ਨੋਟਸ ਤਿਆਰ ਕੀਤੇ ਹੋਏ ਨੇ, ਇੰਨੀ ਵਧੀਆ ਤਰੀਕੇ ਨਾਲ ਤੁਹਾਨੂੰ ਮੈਂ ਪੜ੍ਹਾ ਰਿਹਾ ਤਾਂ ਜੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਦੇਖੋ ਸਟੂਡੈਂਟਸ, ਆਪਣਾ ਅੱਗੇ ਟੌਪਿਕ ਹੈਗਾ ਬੁੱਕ ਕੀਪਿੰਗ। ਬੁੱਕ ਕੀਪਿੰਗ ਕੀ ਹੁੰਦੀ ਹੈ ਸਟੂਡੈਂਟ? ਬੁੱਕ ਕੀਪਿੰਗ ਦੇਖੋ, ਇਟ ਇਜ਼ ਏ part of accounting, being a process of recording financial transaction and event in the books of account. It involves identifying, measuring, recording, classifying. ਹੁਣ ਦੇਖੋ, ਆਇਡੈਂਟੀਫਾਈਂਗ ਦਾ ਮਤਲਬ ਕੀ ਹੈਗਾ? ਟ੍ਰਾਂਜੈਕਸ਼ਨ ਦੇ ਇਵੈਂਟ ਨੂੰ ਲੱਭਣਾ, ਫਿਰ ਉਹਨੂੰ ਮਨੀ ਟਰਮ 'ਚ, ਫਿਰ ਰਿਕਾਰਡਿੰਗ ਮਤਲਬ ਜਰਨਲ, ਫਿਰ ਕਲਾਸੀਫਾਈ ਮਤਲਬ ਲੈਜਰ ਤੱਕ ਬੁੱਕ ਕੀਪਿੰਗ ਚੱਲਦੀ ਹੈ। ਤਾਂ ਸਟੂਡੈਂਟ ਮਤਲਬ ਕੋਈ ਵੀ ਟ੍ਰਾਂਜੈਕਸ਼ਨ ਅਤੇ ਇਵੈਂਟ ਹੈ ਉਹਨੂੰ ਆਪਾਂ ਰਿਕਾਰਡ ਕਰਦੇ ਹਾਂ, ਪਰ ਕਿੱਥੇ ਤੱਕ? ਲੈਜਰ ਤੱਕ, ਮਤਲਬ ਕਲਾਸੀਫਾਈਂਗ ਤੱਕ ਬੁੱਕ ਕੀਪਿੰਗ ਵਾਲਾ ਪਾਰਟ ਚੱਲਦਾ ਹੈ। ਪਰ ਅਕਾਊਂਟੈਂਸੀ ਕੀ ਹੁੰਦੀ ਹੈ? ਅਕਾਊਂਟੈਂਸੀ ਦਾ ਮਤਲਬ ਕੀ ਹੁੰਦਾ ਹੈ? ਇਟ ਇਜ਼ ਅ ਸਿਸਟਮੈਟਿਕ ਨੌਲੇਜ ਆਫ ਅਕਾਊਂਟਿੰਗ। ਇਟ ਐਕਸਪਲੇਨ ਹਾਊ ਟੂ ਡੂਲ। ਦੇਖੋ ਤੁਸੀਂ ਹਾਊ ਵਰਡ 'ਤੇ ਧਿਆਨ ਨਾਲ ਇਹਨੂੰ ਅੰਡਰਲਾਈਨ ਕਰ ਲਓ ਜਦੋਂ ਤੁਸੀਂ ਕਾਪੀ 'ਤੇ ਉਤਾਰੋਗੇ। ਹਾਊ ਟੂ ਡੀਲ ਵਿਦ ਵੇਰੀਅਸ ਆਸਪੈਕਟਸ ਆਫ ਅਕਾਊਂਟਿੰਗ। ਇਟ ਐਜੂਕੇਟਸ ਹਾਊ ਟੂ ਮੇਨਟੇਨ ਦਾ ਬੁੱਕਸ ਆਫ ਅਕਾਊਂਟਸ ਐਂਡ ਹਾਊ ਟੂ ਸਮਰਾਈਜ਼ ਦਾ ਅਕਾਊਂਟਿੰਗ ਇਨਫੋਰਮੇਸ਼ਨ ਐਂਡ ਕਮਿਊਨੀਕੇਟ ਟੂ ਇਟਸ ਯੂਜ਼ਰ। ਮਤਲਬ ਇਹ ਆਪਾਂ ਨੂੰ ਇਹ ਦੱਸਦਾ ਹੈ ਕਿ ਕਿਵੇਂ ਆਪਾਂ ਨੇ ਐਕਸਪਲੇਨ ਕਰਨਾ ਹੈ, ਕਿਵੇਂ ਆਪਾਂ ਨੇ ਮੇਨਟੇਨ ਕਰਨੀ ਹੈ ਆਪਣੀ ਬੁੱਕਸ ਆਫ ਅਕਾਊਂਟਸ ਨੂੰ, ਕਿਵੇਂ ਆਪਾਂ ਨੇ ਆਪਣੀ ਇਨਫੋਰਮੇਸ਼ਨ ਨੂੰ ਸਮਰਾਈਜ਼ ਕਰਨਾ ਹੈ, ਮਤਲਬ ਕਿਵੇਂ ਆਪਾਂ ਕਮਿਊਨੀਕੇਟ ਕਰਨਾ ਹੈ, ਸਾਰਾ ਕੌਣ ਦੱਸਦਾ ਆਪਾਂ ਨੂੰ? ਅਕਾਊਂਟੈਂਸੀ। ਬੁੱਕ ਕੀਪਿੰਗ ਤਾਂ ਜਸਟ ਆਪਣੀ ਕੀ ਹੈ? ਇੱਕ ਰਿਕਾਰਡਿੰਗ ਕਰਦਾ ਹੈ ਕਿ ਹਾਂ ਕਲਾਸੀਫਾਈਂਗ ਦਾ ਰਿਕਾਰਡ ਕਰਦਾ, ਪਰ ਅਕਾਊਂਟੈਂਸੀ ਆਪਾਂ ਨੂੰ ਇਹ ਦੱਸਦਾ ਕਿ ਕਿਵੇਂ ਕਰਨਾ ਹੈ, ਕਿਵੇਂ ਆਪਾਂ ਨੇ ਅਕਾਊਂਟਸ ਨੂੰ ਡੀਲ ਕਰਨਾ, ਕਿਵੇਂ ਆਪਾਂ ਨੇ ਸਿਸਟਮ ਬਣਾਉਣਾ, ਕਿਵੇਂ ਸਮਰਾਈਜ਼ ਕਰਨਾ, ਅੱਗੇ ਆਪਣਾ ਪ੍ਰੋਸੈਸ ਚੱਲਦਾ ਹੈ। ਕਲੀਅਰ ਹੈ ਗੱਲ? ਇਹ ਆਪਾਂ ਨੂੰ ਅਕਾਊਂਟੈਂਸੀ ਸਿਖਾਉਂਦਾ ਹੈ। ਸਮਝ ਆ ਗਿਆ ਹੋਊਗਾ ਸਾਰਿਆਂ ਨੂੰ ਸਟੂਡੈਂਟਸ। ਅੱਗੇ ਦੇਖੋ ਸਟੂਡੈਂਟਸ, ਤੁਹਾਡੇ ਸਾਹਮਣੇ ਇੰਨੇ ਵਧੀਆ ਤਰੀਕੇ ਨਾਲ ਨੋਟਸ ਬਣਾਏ ਹੋਏ ਨੇ ਅਤੇ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਪੈਣੀ। ਦੇਖੋ ਸਟੂਡੈਂਟ, ਅੱਗੇ ਦੇਖੋ, ਮੇਨਟੇਨਿੰਗ ਅਕਾਊਂਟਿੰਗ ਰਿਕਾਰਡਸ ਕਹਿੰਦੇ ਇਨ ਸਿਸਟਮੈਟਿਕ ਮੈਨਰ ਫੋਲੋਇੰਗ ਦਾ ਪ੍ਰਿੰਸੀਪਲਸ। ਕਹਿੰਦੇ ਹੁਣ ਦੇਖੋ, ਮੇਨਟੇਨਿੰਗ ਅਕਾਊਂਟਿੰਗ ਰਿਕਾਰਡਸ ਕਹਿੰਦੇ ਆਪਣਾ ਉਦੇਸ਼ ਕੀ ਹੈ ਅਕਾਊਂਟਿੰਗ ਦੇ? ਕਹਿੰਦੇ ਆਪਣੇ ਜਿਹੜੇ ਉਦੇਸ਼ ਨੇ ਉਹਨੂੰ ਅਕਾਊਂਟਿੰਗ ਰਿਕਾਰਡ ਨੂੰ ਕੀ ਕਰਨਾ ਹੁੰਦਾ? ਮੇਨਟੇਨ ਕਰਨਾ ਹੁੰਦਾ। ਉਹ ਮੇਨਟੇਨ ਕਿਸ ਹਿਸਾਬ ਨਾਲ ਕਰਨਾ ਹੁੰਦਾ ਆਪਾਂ ਨੇ? ਸਿਸਟਮੈਟਿਕ ਮੈਨਰ ਨਾਲ, ਮਤਲਬ ਹਰ ਚੀਜ਼ ਦਾ ਸਿਸਟਮੈਟਿਕ ਤਰੀਕੇ ਨਾਲ ਆਪਾਂ ਨੇ ਮੇਨਟੇਨ ਕਰਨਾ, ਪਰ ਕਿਹਨੂੰ ਫੋਲੋ ਕਰਕੇ? ਪ੍ਰਿੰਸੀਪਲਸ ਨੂੰ। ਹੁਣ ਪ੍ਰਿੰਸੀਪਲਸ ਕੀ ਹੁੰਦੇ ਨੇ? ਆਪਣੇ ਸਿਧਾਂਤ ਨੇ ਅਕਾਊਂਟਿੰਗ ਦੇ, ਉਹ ਮੈਂ ਤੁਹਾਨੂੰ ਕਰਾਊਂਗਾ ਅਗਲੀਆਂ ਵੀਡੀਓ ਦੇ ਵਿੱਚ। ਪਰ ਹੁਣ ਜਦੋਂ ਆਪਾਂ ਕੋਈ ਵੀ ਰਿਕਾਰਡ ਆਪਾਂ ਜਿਹੜਾ ਵੀ ਕਰਦੇ ਹਾਂ ਅਕਾਊਂਟਸ ਦਾ, ਉਹ ਆਪਾਂ ਪ੍ਰਿੰਸੀਪਲ ਦੇ ਨੂੰ ਫੋਲੋ ਕਰਕੇ ਹੀ ਕਰਦੇ ਹਾਂ। ਆਪਾਂ ਆਪਣੇ ਜਿਹੜੇ ਸਿਧਾਂਤ ਬਣੇ ਹੋਣੇ ਅਕਾਊਂਟਸ ਦੇ, ਉਸ ਹਿਸਾਬ ਨਾਲ ਹੀ ਆਪਾਂ ਕਰਦੇ ਹਾਂ। ਅੱਗੇ ਸੈਕਿੰਡ ਪੁਆਇੰਟ ਆ ਜਾਂਦਾ ਹੈ ਡਿਟਰਮਾਈਨਿੰਗ ਪ੍ਰੋਫਿਟ ਐਂਡ ਲੋਸ। ਕਹਿੰਦੇ ਡਿਟਰਮਾਈਨਿੰਗ ਦਾ ਫਰਮ ਹੈਜ਼ ਅਰਨਡ ਏ ਪ੍ਰੋਫਿਟ ਔਰ ਇਨਕਰਡ ਏ ਲੋਸ ਫॉर द पर्पस ए स्टेटमेंट कॉल्ड एज इनकम स्टेटमेंट और द ट्रेडिंग एंड प्रॉफिट एंड लॉस अकाउंट इज़ प्रिपेयर्ड। यानी देखो ध्यान नाल डिटरमाइन करता है प्रॉफिट एंड लॉस। ये आपां नूं ऑब्जेक्टिव मतलब यह उद्देश्य अकाउंटिंग आपां नूं ये दसदा है कि अपना कितना फायदा होया है ते कितना आपां नूं नुकसान होया है। ये आपां नूं कित्थों पता लगदा है? इनकम स्टेटमेंट तो, जित्थों आपां की बनाने ट्रेडिंग प्रॉफिट एंड लॉस ते ट्रेडिंग प्रॉफिट एंड लॉस बनाने ये आपां नूं ये पता लग जाता है कि आपां नूं कितना फायदा हो रहा है, कितना ਆਪਾਂ ਨੂੰ ਨੁਕਸਾਨ ਹੋ ਰਿਹਾ। ਇਹ ਆਪਾਂ ਨੂੰ ਅਕਾਊਂਟਿੰਗ ਤੋਂ ਪਤਾ ਲੱਗਦਾ ਹੈ। ਫਿਰ ਅਗਲਾ ਥਰਡ ਪੁਆਇੰਟ ਕੀ ਆਉਂਦਾ? ਫਾਈਨੈਂਸ਼ੀਅਲ ਪੋਜੀਸ਼ਨ। ਜਦੋਂ ਆਪਾਂ ਨੇ ਟ੍ਰੇਡਿੰਗ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾ ਲਿਆ, ਉਸ ਤੋਂ ਬਾਅਦ ਆਪਾਂ ਬੈਲੈਂਸ ਸ਼ੀਟ ਤਿਆਰ ਕਰਦੇ ਹਾਂ। ਬੈਲੈਂਸ ਸ਼ੀਟ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਆਪਣੀ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿਸ ਹਿਸਾਬ ਨਾਲ ਚੱਲ ਰਹੀ ਹੈ। ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿਸ ਹਿਸਾਬ ਨਾਲ ਚੱਲ ਰਹੀ ਹੈ, ਤਾਂ ਇਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ? ਬੈਲੈਂਸ ਸ਼ੀਟ ਤੋਂ। ਕਲੀਅਰ ਹੈ ਗੱਲ? ਤਾਂ ਸਟੂਡੈਂਟ ਜਿਹੜੀ ਆਹ ਪਾਰਟ ਆਪਾਂ ਚਲਾ ਰਹੇ ਹਾਂ, ਇਹ ਆਪਣੀ ਥਿਊਰੀ ਦਾ ਪਾਰਟ ਹੈ। ਇਸ ਤੋਂ ਪਹਿਲਾਂ ਮੈਨੇ ਅਕਾਊਂਟਿੰਗ ਟਰਮਸ, ਅਕਾਊਂਟਿੰਗ ਇਕੁਏਸ਼ਨਸ ਅਤੇ ਅੱਗੇ ਦੇਖੋ ਅਕਾਊਂਟਿੰਗ ਪ੍ਰੋਸੀਜਰਸ, ਉਹ ਸਾਰੇ ਕਰਾ ਰੱਖੇ ਨੇਗੇ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਆਹ ਜਿਹੜੇ ਟੈਕਨੀਕਲ ਲੈਂਗੁਏਜ ਨੇਗੀਆਂ ਇਹ ਅਕਾਊਂਟਸ ਦੀਆਂ, ਇਹ ਸਾਰੀਆਂ ਮੈਨੇ ਥੋੜ੍ਹਾ ਉੱਥੇ ਡਿਟੇਲ ਦੇ ਵਿੱਚ ਸਮਝਾਇਆ ਹੋਇਆ। ਤਾਂ ਪਹਿਲਾ ਚੈਪਟਰ ਕਦੇ ਵੀ ਮੈਂ ਨਹੀਂ ਕਰਾਉਂਦਾ ਅਕਾਊਂਟਸ ਦਾ, ਹਮੇਸ਼ਾ ਮੈਂ ਜਿਹੜਾ ਇੰਟਰੋਡਕਸ਼ਨ ਦਾ ਪਾਰਟ ਹੈ ਉਹ ਥੋੜ੍ਹਾ ਜਿਹਾ ਅੱਗੇ ਟਰਮਸ ਕਰਾ ਕੇ ਜਾਂ ਅੱਗੇ ਥੋੜ੍ਹੀ ਡਿਟੇਲ 'ਚ ਅਕਾਊਂਟਸ ਕਰਾ ਕੇ ਫਿਰ ਮੈਂ ਪਹਿਲਾ ਚੈਪਟਰ ਕਰਾਉਂਦਾ ਹੁੰਦਾ, ਤਾਂ ਜੋ ਬੱਚੇ ਨੂੰ ਪਤਾ ਲੱਗ ਜਾਏ ਕਿ ਹਾਂ ਇਹ ਚੱਲ ਕੀ ਰਿਹਾ। ਜਦੋਂ ਪਹਿਲਾ ਚੈਪਟਰ ਸਟਾਰਟਿੰਗ ਤੋਂ ਹੀ ਕਰਨ ਲੱਗ ਜਾਣਗੇ ਤਾਂ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਬੈਲੈਂਸ ਸ਼ੀਟ ਕੀ ਹੁੰਦੀ ਹੈ, ਇਹ ਜਰਨਲ ਕੀ ਹੁੰਦਾ, ਤਾਂ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਕਲੀਅਰ ਹੈ ਗੱਲ?
ਪਹਿਲੇ ਥਰਡ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ। ਹੁਣ ਮੈਂ ਤੁਹਾਨੂੰ ਥੋੜ੍ਹਾ ਰਿਪੀਟ ਕਰ ਦੇਣਾ। ਪਹਿਲਾਂ ਕੀ ਕਰਦੇ ਨੇ, ਮੇਨਟੇਨ ਕਰਦੇ ਨੇ ਅਕਾਊਂਟਿੰਗ ਰਿਕਾਰਡ ਕਿਹਦੇ ਅਕੋਰਡਿੰਗ, ਸਿਸਟਮੈਟਿਕ ਮੈਨਰ ਨਾਲ, ਕਿਹਨੂੰ ਫੋਲੋ ਕਰਕੇ, ਪ੍ਰਿੰਸੀਪਲਸ ਨੂੰ। ਫਿਰ ਆਪਾਂ ਨੂੰ ਕੀ ਦੱਸਦਾ, ਪਤਾ ਲੱਗਦਾ ਆਪਾਂ ਨੂੰ ਪ੍ਰੋਫਿਟ ਐਂਡ ਲੋਸ ਦਾ ਪਤਾ ਲੱਗਦਾ। ਫਿਰ ਉਸ ਤੋਂ ਬਾਅਦ ਫਾਈਨੈਂਸ਼ੀਅਲ ਪੋਜੀਸ਼ਨ ਡਿਟਰਮਾਈਨ ਕਰਦਾ, ਫਿਰ ਆਪਾਂ ਨੂੰ ਕਿ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ। ਅੱਗੇ ਆਉਂਦਾ ਫੈਸਿਲਿਟੇਟਿੰਗ ਮੈਨੇਜਮੈਂਟ। ਅਕਾਊਂਟਿੰਗ ਪ੍ਰੋਵਾਈਡਸ ਫਾਈਨੈਂਸ਼ੀਅਲ ਇਨਫੋਰਮੇਸ਼ਨ ਟੂ ਅਸਿਸਟ ਦਾ ਮੈਨੇਜਮੈਂਟ ਇਜ਼ ਇਨ ਡਿਸਚਾਰਜਿੰਗ ਇਟਸ ਫੰਕਸ਼ਨ। ਕਹਿੰਦੇ ਫਿਰ ਉਸ ਤੋਂ ਬਾਅਦ ਕੀ ਹੈ, ਫਾਈਨੈਂਸ਼ੀਅਲ ਇਨਫੋਰਮੇਸ਼ਨ ਆਪਾਂ ਨੂੰ ਫੈਸਿਲਿਟੀ ਦਿੰਦੀ ਹੈ ਕਿ ਆਪਾਂ ਨੂੰ ਫਾਈਨੈਂਸ਼ੀਅਲ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ ਕਿ ਆਪਣੇ ਜਿਹੜੇ ਫੰਕਸ਼ਨਸ ਨੇ ਕਿਸ ਹਿਸਾਬ ਨਾਲ ਚੱਲਦੇ ਨੇ, ਆਪਣੇ ਜਿਹੜੇ ਇਨਫੋਰਮੇਸ਼ਨ ਆਪਾਂ ਨੂੰ ਇਸ ਚੀਜ਼ ਤੋਂ ਅਕਾਊਂਟਿੰਗ ਤੋਂ ਆਪਾਂ ਨੂੰ ਮਿਲ ਜਾਂਦੀ ਹੈ। ਅਤੇ ਪ੍ਰੋਵਾਈਡਿੰਗ ਅਕਾਊਂਟਿੰਗ ਇਨਫੋਰਮੇਸ਼ਨ ਟੂ ਯੂਜ਼ਰਸ, ਜਿਹੜੇ ਯੂਜ਼ਰਸ ਮਤਲਬ ਜਿਹੜੇ ਇੰਟਰਨਲ ਹੁੰਦੇ ਨੇ, ਐਕਸਟਰਨਲ ਹੁੰਦੇ ਨੇ, ਜਿੰਨੇ ਵੀ ਯੂਜ਼ਰ ਆਪਣੇ ਬਿਜ਼ਨਸ ਦੇ ਵਿੱਚ ਕੰਮ ਕਰ ਰਹੇ ਨੇ, ਉਹ ਸਾਰਿਆਂ ਦੀ ਇਨਫੋਰਮੇਸ਼ਨ ਆਪਾਂ ਨੂੰ ਕੌਣ ਦੱਸ ਦਿੰਦਾ, ਅਕਾਊਂਟਿੰਗ। ਅੱਗੇ ਦੇਖੋ ਤਾਂ ਸਟੂਡੈਂਟ, ਉੱਧਰ ਆਪਾਂ 5 ਪੁਆਇੰਟ ਪੜ੍ਹ ਲਏ ਓਬਜੈਕਟਿਵ ਦੇ। 6ਵਾਂ ਪੁਆਇੰਟ ਦੇਖੋ, ਠੀਕ ਹੈ, ਪ੍ਰੋਟੈਕਟਿੰਗ ਬਿਜ਼ਨਸ ਐਸੈਟਸ। ਜਿਹੜੀਆਂ ਆਪਣੀ ਐਸੈਟਸ ਹੁੰਦੀਆਂ ਨੇਗੀਆਂ, ਹੁਣ ਤੁਸੀਂ ਸੋਚੋਗੇ ਐਸੈਟਸ ਕੀ ਹੁੰਦਾ, ਤਾਂ ਐਸੈਟਸ ਉਹੀ ਕਹਿ ਰਿਹਾ ਕਿ ਪਹਿਲਾਂ ਜਦੋਂ ਤੁਸੀਂ ਮੇਰਾ ਪਹਿਲਾਂ ਅਕਾਊਂਟਿੰਗ ਟਰਮਸ ਵਾਲਾ ਚੈਪਟਰ ਲਗਾਓ, ਉੱਥੇ ਤੁਹਾਨੂੰ ਡਿਟੇਲ ਦੇ ਵਿੱਚ ਮੇਰੇ ਸਾਰੀ ਚੀਜ਼ਾਂ ਸਮਝਾ ਰੱਖੀਆਂ ਨੇ। ਤਾਂ ਇਸ ਲਈ ਪਹਿਲਾ ਚੈਪਟਰ ਇਸ ਲਈ ਨਹੀਂ ਕਰਾਇਆ ਜਾਂਦਾ, ਕੁਛ ਐਸੇ ਜਿਹੇ ਟਰਮਸ ਨੇ ਜਿਹੜੇ ਆਪਾਂ ਨੂੰ ਬਾਅਦ 'ਚ ਪਤਾ ਲੱਗਦੀ ਹੈ, ਇਸ ਲਈ ਮੈਂ ਪਹਿਲਾਂ ਉਹੀ ਚੈਪਟਰ ਕਵਰ ਕਰਵਾਉਣਾ ਹੁੰਦਾ। ਹੁਣ ਦੇਖੋ ਐਸੈਟਸ ਕੀ ਨੇਗੇ, ਅਕਾਊਂਟਿੰਗ ਮੇਨਟੇਨ ਰਿਕਾਰਡ ਆਫ ਐਸੈਟਸ ਓਨਡ ਬਾਏ ਦਾ ਬਿਜ਼ਨਸ ਵਿਚ ਅਨੇਬਲ ਦਾ ਮੈਨੇਜਮੈਂਟ ਟੂ ਪ੍ਰੋਟੈਕਟ ਦਮ ਐਂਡ ਐਕਸਰਸਾਈਜ਼ ਕੰਟਰੋਲ। ਕਹਿੰਦੇ ਇਹ ਹੁਣ ਜਿਹੜੀ ਵੀ ਐਸੈਟਸ ਨੇਗੀਆਂ, ਉਹਨੂੰ ਕੀ ਕਰਦਾ ਹੈ, ਮੇਨਟੇਨ ਰਿਕਾਰਡ ਉਹਨਾਂ ਦਾ ਮੇਨਟੇਨ ਕਰਕੇ ਰੱਖਦਾ, ਤਾਂ ਜੋ ਆਪਣੀ ਐਸੈਟਸ ਕੀ ਰਹਿਣ, ਪ੍ਰੋਟੈਕਟ ਰਹਿਣ, ਤਾਂ ਜੋ ਪਤਾ ਲੱਗਦਾ ਰਹੇ ਐਸੈਟ ਦੀ ਐਕਚੁਅਲ ਵੈਲਿਊ ਕੀ ਚੱਲ ਰਹੀ ਹੈ ਅਤੇ ਕਿਸ ਹਿਸਾਬ ਨਾਲ ਉਹਦੀ ਵੈਲਿਊ ਘੱਟ ਰਹੀ ਹੈ, ਵੱਧ ਰਹੀ ਹੈ, ਸਾਰੀ ਚੀਜ਼ਾਂ ਆਪਾਂ ਨੂੰ ਅਕਾਊਂਟਿੰਗ ਤੋਂ ਪਤਾ ਲੱਗ ਜਾਂਦੀਆਂ ਨੇ। ਤਾਂ ਸਟੂਡੈਂਟਸ ਕਲੀਅਰ ਕੱਟ ਆ, ਤੁਹਾਨੂੰ ਸਾਰਿਆਂ ਨੂੰ ਓਬਜੈਕਟਿਵਸ ਕਲੀਅਰ ਹੋ ਗਏ ਹੋਣਗੇ। ਅੱਗੇ ਆ ਜਾਂਦਾ ਸਟੂਡੈਂਟਸ, ਫੰਕਸ਼ਨਸ ਕੀ ਨੇਗੇ ਅਕਾਊਂਟਿੰਗ ਦੇ। ਕਹਿੰਦੇ ਫੰਕਸ਼ਨਸ ਕੀ ਨੇ ਸਟੂਡੈਂਟਸ, ਮੇਨਟੇਨ ਕਰਦਾ ਸਿਸਟਮੈਟਿਕ ਅਕਾਊਂਟਿੰਗ ਰਿਕਾਰਡਸ। ਹੁਣ ਤੁਹਾਨੂੰ ਪਤਾ ਸਿਸਟਮੈਟਿਕ ਅਕਾਊਂਟਿੰਗ ਰਿਕਾਰਡ ਨੂੰ ਮੇਨਟੇਨ ਕਰਕੇ ਰੱਖਦਾ। ਇਹ ਕੀ ਹੈ, ਇੱਕ ਪ੍ਰਾਇਮਰੀ ਫੰਕਸ਼ਨ ਹੁੰਦਾ ਜਿਹਦੇ ਵਿੱਚ ਆਪਾਂ ਨੇ ਰਿਕਾਰਡ ਕਰਨਾ ਹੁੰਦਾ ਕਿਹਦੇ ਅਕੋਰਡਿੰਗ, ਰੂਲ, ਪ੍ਰਿੰਸੀਪਲ ਐਂਡ ਕੰਸੈਪਟ। ਤੁਹਾਨੂੰ ਇਹ ਪੁਆਇੰਟ ਪਹਿਲਾਂ ਵੀ ਓਬਜੈਕਟਿਵ ਦੇ ਵਿੱਚ ਵੀ ਆ ਚੁੱਕਿਆ ਕਿ ਇਹ ਆਪਣਾ ਪ੍ਰਾਇਮਰੀ ਫੰਕਸ਼ਨ ਹੁੰਦਾ ਜੋ ਆਪਣੇ ਅਕਾਊਂਟਿੰਗ ਨੂੰ ਸਿਸਟਮੈਟਿਕ ਵੇ ਨਾਲ ਰਿਕਾਰਡ ਕਰਨਾ ਹੁੰਦਾ, ਰੂਲਸ ਪ੍ਰਿੰਸੀਪਲਸ ਨੂੰ ਫੋਲੋ ਕਰਕੇ। ਠੀਕ ਹੈ, ਅੱਗੇ ਆਉਂਦਾ ਪ੍ਰਪੇਰੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ। ਪ੍ਰਪੇਰੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਆਪਣੀ ਟ੍ਰੇਡਿੰਗ ਪ੍ਰੋਫਿਟ ਐਂਡ ਲੋਸ ਬੈਲੈਂਸ ਸ਼ੀਟ ਬਣਦੀ ਹੈ, ਜਿਹਦੇ ਵਿੱਚ ਆਪਾਂ ਨੂੰ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਪਰਫੋਰਮੈਂਸ ਬਾਰੇ ਪਤਾ ਲੱਗਦਾ ਹੈ। ਅਗਲਾ ਆ ਜਾਂਦਾ ਸਟੂਡੈਂਟਸ ਮੀਟਿੰਗ ਲੀਗਲ ਰਿਕੁਆਇਰਮੈਂਟ। ਤੁਹਾਨੂੰ ਪਤਾ ਜਿਹੜੀ ਲੀਗਲ ਰਿਕੁਆਇਰਮੈਂਟਸ ਹੁੰਦੇ ਨੇਗੇ, ਹੁਣ ਜਿਹੜੇ ਅਕਾਊਂਟਸ ਨੂੰ ਆਪਾਂ ਪ੍ਰੋਪਰ ਮੇਨਟੇਨ ਕਰਕੇ ਰੱਖਾਂਗੇ ਨਾ, ਤਾਂ ਆਪਣੇ ਜਿਹੜੇ ਰਿਕਾਰਡਸ ਹੋਣਗੇ, ਜਿਹੜੇ ਵਾਊਚਰਸ, ਆਪਾਂ ਜਿਹੜੇ ਐਵੀਡੈਂਸ ਹੋਣਗੇ, ਇਹ ਐਵੀਡੈਂਸ ਦਾ ਕੰਮ ਕਰਦੇ ਨੇ। ਹੁਣ ਅਦਾਲਤ ਮੰਨ ਲਓ ਬਾਅਦ 'ਚ ਪ੍ਰੂਫ ਮੰਗਦੀ ਹੈ, ਹਾਂ ਤੁਹਾਡੇ ਕੋਲ ਕੀ ਪ੍ਰੂਫ ਹੈ, ਇਹ ਹੈ, ਅਤੇ ਅਕਾਊਂਟਸ ਦੇ ਰਿਕਾਰਡ ਹੀ ਤੁਹਾਨੂੰ ਸਹੀ ਅਤੇ ਗਲਤ ਸਾਬਿਤ ਕਰਨ ਦੇ ਵਿੱਚ ਹੀ ਉਹ ਮਤਲਬ ਸક્ષਮ ਹੋਣਗੇ। ਹੁਣ ਜੇ ਤੁਸੀਂ ਪ੍ਰੋਪਰ ਅਕਾਊਂਟਸ ਨਹੀਂ ਬਣਾਇਆ ਹੋਊਗਾ ਤਾਂ ਤੁਸੀਂ ਅਦਾਲਤ ਦੇ ਵਿੱਚ ਝੂਠੇ ਸਾਬਿਤ ਹੋ ਸਕਦੇ ਹੋ, ਭਾਵੇਂ ਤੁਸੀਂ ਸੱਚੇ ਹੋ, ਪਰ ਇਹ ਅਕਾਊਂਟਿੰਗ ਹੀ ਤੁਹਾਡੀ ਹੈਲਪ ਕਰਦੀ ਹੈ ਐਵੀਡੈਂਸ ਦੇ ਤੌਰ ਦੇ ਉੱਤੇ। ਠੀਕ ਹੈ ਸਟੂਡੈਂਟਸ, ਅੱਗੇ ਆਉਂਦਾ ਕਮਿਊਨੀਕੇਟਿੰਗ ਦਾ ਫਾਈਨੈਂਸ਼ੀਅਲ ਇਨਫੋਰਮੇਸ਼ਨ। ਯੂਜ਼ਰ ਇਨਫੋਰਮੇਸ਼ਨ ਸੱਚ ਐਜ਼ ਇੰਟਰਨਲ ਯੂਜ਼ਰਸ ਐਂਡ ਐਕਸਟਰਨਲ ਯੂਜ਼ਰਸ। ਕਹਿੰਦੇ ਹੁਣ ਇਹਨਾਂ ਦੀ ਇਨਫੋਰਮੇਸ਼ਨ ਦੱਸਦਾ ਯੂਜ਼ਰਸ ਦੀ, ਕਿ ਮੈਨੇਜਮੈਂਟ ਕਿਹੜੀ ਓਨਰਸ ਹੋ ਗਏ, ਬੈਂਕਸ, ਇੰਪਲੋਈਜ਼, ਗੌਰਮੈਂਟ ਅਥਾਰਟੀ, ਇਹ ਸਾਰੇ ਜਿੰਨੇ ਵੀ ਹੁੰਦੇ ਨੇ, ਕ੍ਰੈਡੀਟਰਸ, ਸਾਰੇ ਕੀ ਹੈ ਇਹ ਇੰਟਰਨਲ ਐਕਸਟਰਨਲ ਯੂਜ਼ਰਸ ਹੁੰਦੇ ਨੇਗੇ। ਅੱਗੇ ਆਉਂਦਾ ਅਗਲਾ ਪੁਆਇੰਟ, ਅਸਿਸਟੈਂਸ ਟੂ ਮੈਨੇਜਮੈਂਟ। ਇਟ ਵਿਲ ਅਸਿਸਟ ਦਾ ਮੈਨੇਜਮੈਂਟ ਇਨ ਪ੍ਰੋਟੈਕਟਿੰਗ ਦਾ ਐਸੈਟਸ ਐਂਡ ਆਲਸੋ ਐਕਸਰਸਾਈਜ਼ਿੰਗ ਕੰਟਰੋਲ। ਕਹਿੰਦੇ ਇਹ ਕੀ ਕਰਦਾ, ਅਸਿਸਟ ਕਰਦਾ, ਕਿ ਕਿਸ ਚੀਜ਼ ਨੂੰ ਅਸਿਸਟ ਕਰਦਾ ਹੈ, ਕਿ ਜੋ ਐਸੈਟਸ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਅਤੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ, ਕਿਸ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਉਹ ਕੀ ਕਰਦਾ, ਹੈਲਪ ਕਰਦਾ। ਅਤੇ ਇਹ ਸਾਰਾ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਸਟੂਡੈਂਟਸ, ਅਕਾਊਂਟਿੰਗ 'ਚ। ਤੁਹਾਨੂੰ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਸਟੂਡੈਂਟ, ਇਹ ਚੈਪਟਰ ਤੋਂ ਬਾਅਦ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਮੈਂ ਤੁਹਾਡੇ ਵਾਸਤੇ ਇੰਨੀ ਮਿਹਨਤ ਕਰ ਰਿਹਾ, ਅਤੇ ਤੁਸੀਂ ਪਲੀਜ਼ ਕੀ ਕਰਨਾ, ਇਸ ਚੀਜ਼ ਨੂੰ ਉਤਾਰਨਾ। ਨਾਲੇ ਇੱਕ ਲਾਈਕ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਜੋ ਪਤਾ ਲੱਗਦਾ ਰਹੇ ਕਿ ਸਟੂਡੈਂਟ ਕੀ ਮੈਨੂੰ ਵੀ ਪੋਜ਼ੀਟਿਵਿਟੀ ਮਿਲਦੀ ਹੈ ਕਿ ਹਾਂ ਬੱਚੇ ਲਗਾ ਰਹੇ ਨੇ ਕਲਾਸ, ਹੋਰ ਕੁਛ ਨਹੀਂ ਹੁੰਦਾ। ਠੀਕ ਹੈ, ਅਤੇ ਅਗਲੀ ਕਲਾਸ 'ਤੇ ਆਪਾਂ ਕਰਾਂਗੇ ਅਗਲਾ ਟੋਪਿਕਸ। ਠੀਕ ਹੈ, ਜਿਹਦੇ ਵਿੱਚ ਐਡਵਾਂਟੇਜ, ਲਿਮਿਟੇਸ਼ਨਸ, ਬਹੁਤ ਸਾਰੇ ਟੋਪਿਕਸ ਨੇਗੇ।
ਤੇ ਕਰਾਂਗੇ। ਤੇ ਤੁਹਾਨੂੰ ਇਹ ਇੰਨੀ ਗਰੰਟੀ ਦਿੱਤੀ ਕਿ ਇਹ ਇਸ ਤੋਂ ਬਾਅਦ ਤੁਹਾਨੂੰ ਇਸ ਚੈਪਟਰ ਤੋਂ ਕੁਛ ਵੀ ਕਰਨ ਦੀ ਲੋੜ ਨਹੀਂ। ਜਿੰਨੇ ਵੀ ਮੈਂ ਲੈਕਚਰ ਕਰਾਏ ਨੇ TS ਗਰੇਵਾਲ ਦੀਆਂ ਬੁੱਕਸ ਨੇਗੀਆਂ, ਉਹਦੇ ਵਿੱਚ ਜਿੰਨੇ ਵੀ ਪ੍ਰੈਕਟੀਕਲ ਪ੍ਰੋਬਲਮਸ ਨੇ ਸਾਰੇ ਸੋਲਿਊਸ਼ਨ ਮੈਂ ਕਰਵਾ ਰਿਹਾ ਤੁਹਾਨੂੰ। ਠੀਕ ਹੈ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਸਾਰਾ ਤੁਸੀਂ ਮੇਰੇ ਕੋਲ ਪੜ੍ਹੋ ਅਤੇ ਨਿਸ਼ਚਿੰਤ ਹੋ ਜਾਓ। ਕਲੀਅਰ ਹੈ ਗੱਲ? ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।